Welcome students. In today's chemistry class, myself Dr. Anju Soni, lecturer chemistry from Jawaharlal Nehru Government Girls Senior Secondary School, Jawaharnagar, Ludhiana. Today I'll teach you quantum numbers. So take out your notebooks and note down important points and give the response wherever the question is asked. Let's start it. First of all, what's Bohr's model? Bohr ਦਾ model ਕੀ ਹੈ? ਬੋਹਰ ਦੇ ਮਾਡਲ ਦੇ ਵਿੱਚ ਇਹ ਦੱਸਿਆ ਗਿਆ ਕਿ ਇੱਕ ਇਲੈਕਟ੍ਰੋਨ ਜਾਂ ਕੋਈ ਵੀ ਇਲੈਕਟ੍ਰੋਨ ਫਿਕਸਡ ਆਰਬਿਟ ਦੇ ਵਿੱਚ ਜਾਂ ਇਲੈਕਟ੍ਰੋਨ ਇੱਕ ਪਾਰਟੀਕਲ ਹੈ ਉਹ ਫਿਕਸਡ ਆਰਬਿਟ ਦੇ ਵਿੱਚ ਨਿਊਕਲੀਅਸ ਦੇ ਆਸ-ਪਾਸ ਰੋਟੇਟ ਕਰ ਰਿਹਾ। ਸੋ ਹਰ ਇੱਕ ਜਿਹੜੇ ਇਲੈਕਟ੍ਰੋਨ ਹੈ ਉਹਨਾਂ ਦਾ ਅਕੋਰਡਿੰਗਲੀ ਆਪਣੇ ਸ਼ੈਲਸ ਦੇ ਅਕੋਰਡਿੰਗਲੀ ਇੱਕ ਫਿਕਸਡ ਆਰਬਿਟ ਹੈ और ਉਹਦੇ ਵਿੱਚੋਂ ਨਿਊਕਲੀਅਸ ਦੇ ਆਸ-ਪਾਸ ਰਿਵੋਲਵ ਕਰ ਰਹੇ ਨੇ। ਇਸ ਤੋਂ ਬਾਅਦ ਡੀ ਬਰੌਗਲੀ ਤੋਂ ਇਲੈਕਟ੍ਰੋਨ ਦਾ ਵੇਵ ਲਾਈਕ ਨੇਚਰ ਵੀ ਹਾਈਪੋਥੇਸਿਸ ਦੇ ਫਾਰਮ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੂੰ ਬਾਅਦ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ। ਹਾਈਪੋਥੇਸਿਸ ਉਹਨਾਂ ਨੂੰ ਦਿੱਤਾ ਕਿ ਜਿਹੜਾ ਇਲੈਕਟ੍ਰੋਨ ਉਹਦਾ ਡੂਅਲ ਕਰੈਕਟਰ ਹੈ ਕਿ ਉਹ ਪਾਰਟੀਕਲ ਲਾਈਕ ਵੀ ਬਿਹੇਵ ਕਰਦਾ ਹੈ और वेव लाइक भी ਉਹਦੀਆਂ प्रॉपर्टीज़ ने। डी ब्रॉगली ने दसिया कि इलैक्ट्रॉन ਦੀ वेव लाइक प्रॉपर्टीज़ भी ने और पार्टिकल लाइक भी प्रॉपर्टीज़ है और एक रिलेशनशिप दिता लैम्डा इज इक्वल टू h/p and p is equal to mv। here lambda is wavelength whereas h is Planck's constant, p is momentum। ਇਸ ਤੋਂ ਬਾਅਦ ਹਾਈਜ਼ਨਬਰਗ ਨੇ ਇਹੀ ਕੰਮ ਵਧਾਉਂਦੇ ਹੋਏ ਦੱਸਿਆ कि ਜਿਹੜਾ ਇਲੈਕਟ੍ਰੋਨ ਉਹਦਾ ਵੇਵ ਲਾਈਕ ਕਰੈਕਟਰ ਹੈਗਾ ਬਟ ਅਸੀਂ ਕਿਸੇ ਵੀ ਵੇਵ ਲਾਈਕ ਬਿਹੇਵੀਅਰ ਦੀ ਜਿਹਦੇ ਵੀ ਕਰੈਕਟਰ ਵੇਵ ਲਾਈਕ ਹੁੰਦਾ ਉਹਦੀ ਲੋਕੇਸ਼ਨ ਔਰ ਜਾਂ ਉਹਦੀ ਪੋਜੀਸ਼ਨ ਤੇ ਸਪੀਡ ਸਾਈਮਲਟੇਨੀਅਸਲੀ ਪਤਾ ਨਹੀਂ ਲਗਾ ਸਕਦੇ। ਜੇ ਅਸੀਂ ਉਹਦੀ ਲੋਕੇਸ਼ਨ ਪਤਾ ਲਗਾਵਾਂਗੇ ਤਾਂ ਕੀ ਹੋਏਗਾ, ਉਹਦੀ ਸਪੀਡ ਰੁਕ ਜਾਏਗੀ ਤੇ ਜੇ ਅਸੀਂ ਸਪੀਡ ਪਤਾ ਲਗਾਵਾਂਗੇ ਤਾਂ ਉਹਦੀ ਲੋਕੇਸ਼ਨ ਫਾਈਂਡ ਆਊਟ ਨਹੀਂ ਕਰ ਸਕਦੇ। ਨੈਕਸਟ ਇਹਦਾ ਹੈ ਸੀ ਸ਼੍ਰੋਡਿੰਜਰ ਵੇਵ ਇਕੁਏਸ਼ਨ ਜੋ ਕਿ ਇੱਕ ਮਾਈਲਸਟੋਨ ਸਾਬਿਤ ਹੋਇਆ ਕੈਮਿਸਟਰੀ ਦੇ ਵਿੱਚ ਜਿਹਨੂੰ ਅਸੀਂ ਸ਼੍ਰੋਡਿੰਜਰ ਕੁਐਂਟਮ ਮਕੈਨੀਕਲ ਮਾਡਲ ਵੀ ਕਹਿੰਦੇ ਹਾਂ। ਔਰ ਸ਼੍ਰੋਡਿੰਜਰ ਨੇ ਵੇਵ ਇਕੁਏਸ਼ਨ ਦਿੱਤੀ ਜੋ ਕਿ ਤੁਹਾਡੇ ਸਾਹਮਣੇ ਹੈ। ਤੁਸੀਂ ਇਸ ਵੇਵ ਇਕੁਏਸ਼ਨ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਹੈ ਔਰ ਇਹਨੂੰ ਯਾਦ ਕਰ ਲੈਣਾ ਹੈ। ਇਹਦੇ ਵਿੱਚੋਂ ਜਿਹੜੀ ਇੰਪੋਰਟੈਂਟ ਪੁਆਇੰਟ ਸੀ ਉਹ ਸੀ ਕਿ ਸਾਨੂੰ ਸਾਈ ਪਤਾ ਲੱਗ ਗਿਆ ਕਿ ਵਾਟ ਇਜ਼ ਸਾਈ। ਸਾਈ ਇਜ਼ ਵੇਵ ਐਂਪਲੀਟਿਊਡ ਔਰ ਵੇਵ ਫੰਕਸ਼ਨ। ਔਰ ਇਹਦੇ ਵਿੱਚੋਂ ਜਿਹੜੇ ਸਾਨੂੰ x y z 3 ਕੋਆਰਡੀਨੇਟਸ ਮਿਲ ਗਏ ਔਰ h ਐਜ਼ ਯੂਜੂਅਲ ਪਲੈਂਕਸ ਕੌਨਸਟੈਂਟ ਹੈ ਔਰ ਇਹ ਕੋਆਰਡੀਨੇਟਸ ਤੋਂ ਸਾਨੂੰ ਕੁਐਂਟਮ ਨੰਬਰ ਦਾ ਪਤਾ ਲੱਗਿਆ ਜੋ ਕਿ n l ਔਰ m ਨੇ। ਸਾਈ ਸਕੁਏਅਰ what is psi square? psi square ਇੱਕ ਸਾਨੂੰ ਰਿਲੇਸ਼ਨ ਮਿਲ ਗਿਆ ਇਸ ਵੇਵ ਇਕੁਏਸ਼ਨ ਤੋਂ ਕਿ psi square is the probability of finding an electron in a given region ਜਿਹਨੂੰ ਅਸੀਂ ਐਟੋਮਿਕ ਆਰਬਿਟਲ ਕਹਿੰਦੇ ਹਾਂ ਕਿ psi square ਇੱਕ probability ਹੈ, ਇੱਕ ਸੰਭਾਵਨਾ ਹੈ। psi square is probability ਜਿੱਥੇ ਕਿ ਸਾਨੂੰ ਪਤਾ ਲੱਗਦਾ ਇੱਕ ਸੰਭਾਵਨਾ ਹੈ ਕਿ ਇਲੈਕਟ੍ਰੋਨ ਨਿਊਕਲੀਅਸ ਦੇ ਕਿੱਥੇ ਹੈਗੇ ਨੇ। ਤੁਸੀਂ ਇਹ ਡਾਟਸ ਦੇਖ ਰਹੇ ਹੋ, ਇੱਥੇ ਕਾਫੀ ਡੈਂਸ ਡਾਟਸ ਨੇ ਔਰ ਨਿਊਕਲੀਅਸ ਤੋਂ ਹੋਰ ਅੱਗੇ ਅਸੀਂ ਜਾਂਦੇ ਹਾਂ ਤਾਂ ਇੱਥੇ ਡਾਟਸ ਜਿਹੜੇ ਨੇ ਇੰਨੇ ਕੌਨਸਨਟ੍ਰੇਟਿਡ ਨਹੀਂ ਹੈ, ਦੂਰ ਦੂਰ ਨੇ ਜਾਂ ਨਹੀਂ ਨੇ। ਤਾਂ ਇਹਦਾ ਮਤਲਬ ਹੈ ਕਿ ਇੱਥੇ ਆਰਬਿਟਲ ਨਹੀਂ ਹੈ ਔਰ ਇੱਥੇ ਆਰਬਿਟਲ ਹੈ, ਇੱਥੇ ਇਲੈਕਟ੍ਰੋਨ ਹੈ। ਇਹਦਾ ਮਤਲਬ ਹੈ ਕਿ ਇਹਨੂੰ ਅਸੀਂ ਇਸ ਰੀਜਨ ਨੂੰ ਕਹਾਂਗੇ ਆਰਬਿਟਲ। ਇਜ਼ ਇਟ ਕਲੀਅਰ? ਸ਼੍ਰੋਡਿੰਜਰ ਵੇਵ ਇਕੁਏਸ਼ਨ ਹੈ। ਇਹ ਤੁਸੀਂ ਦੇਖੋ ਇਲੈਕਟ੍ਰੋਨ ਦੀ ਮੂਵਮੈਂਟ x y z ਵਿੱਚ। ਨੈਕਸਟ ਹੈ ਕਿ ਬੋਹਰ ਮਾਡਲ ਵਾਸ 1 ਡਾਇਮੈਂਸ਼ਨਲ ਜਿਹਦੇ ਵਿੱਚ ਕਿ ਕੁਐਂਟਮ ਨੰਬਰ ਸਾਨੂੰ n ਦਾ ਦੱਸਿਆ ਗਿਆ ਸੀ। n ਜਿਹੜੇ ਅਸੀਂ ਸ਼ੈਲਸ ਕਿਹਾ ਕਿ ਨਿਊਕਲੀਅਸ ਤੋਂ ਸਭ ਤੋਂ ਪਹਿਲੇ ਵਾਲਾ ਸ਼ੈਲ, ਉਸ ਤੋਂ ਅਗਲੇ ਵਾਲਾ, ਉਸ ਤੋਂ ਅਗਲੇ ਵਾਲਾ। ਬਟ ਸ਼੍ਰੋਡਿੰਜਰ ਵੇਵ ਇਕੁਏਸ਼ਨ ਤੋਂ ਸਾਨੂੰ 3 ਚੀਜ਼ਾਂ ਮਿਲੀਆਂ n l and ml। n ਕੀ ਹੈ? n is
principal quantum number, L is angular quantum number and ML is magnetic quantum number. N ਕੀ ਦੱਸਦਾ ਹੋਰ, N ਦੱਸਦਾ size, L ਦੱਸਦਾ shape and ML ਦੱਸਦਾ orientation. Okay, ਇੱਕ ਇਹ ਸੀ ਸ਼੍ਰੋਡਿੰਜਰ ਵੱਲੋਂ ਸਾਨੂੰ ਮਿਲੇ ਹੋਏ 3 ਕੁਐਂਟਮ ਨੰਬਰਸ, ਬਟ ਇੱਕ ਹੋਰ ਕੁਐਂਟਮ ਨੰਬਰ ਵੀ ਹੈ, that is spin quantum number designated ਜਾਂ denoted by S. ਇਹ fourth quantum number ਹੈ. ਹੁਣ ਅਸੀਂ ਕੁਐਂਟਮ ਨੰਬਰਸ ਨੂੰ ਡਿਟੇਲ ਚ ਪੜਾਂਗੇ. ਫਸਟ ਆਫ ਆਲ ਪ੍ਰਿੰਸੀਪਲ ਕੁਐਂਟਮ ਨੰਬਰ. ਪ੍ਰਿੰਸੀਪਲ ਕੁਐਂਟਮ ਨੰਬਰ ਨੂੰ ਅਸੀਂ ਸਮਾਲ n ਨਾਲ ਡਿਨੋਟ ਕਰਦੇ ਹਾਂ, ਔਰ ਪ੍ਰਿੰਸੀਪਲ ਕੁਐਂਟਮ ਨੰਬਰ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਿਹੜੇ એનર્ਜੀ ਲੈਵਲ ਦੇ ਵਿੱਚ ਇਲੈਕਟ੍ਰੋਨਸ ਨੇ, ਔਰ ਜਿਵੇਂ ਕਿ the principal quantum number represents the principal energy level or shell in which an electron revolves around the nucleus. ਇਹ ਕਿੰਨੇ ਹੋ ਸਕਦੇ ਆ? ਨਿਊਕਲੀਅਸ ਤੋਂ ਸਭ ਤੋਂ ਪਹਿਲੇ ਵਾਲਾ 1, ਉਸ ਤੋਂ ਬਾਅਦ 2, ਉਸ ਤੋਂ ਬਾਅਦ 3. ਐਜ਼ ਤੁਸੀਂ ਅੱਗੇ ਬੋਹਰ ਦੇ ਮਾਡਲ 'ਚ ਵੀ ਦੇਖਿਆ ਹੋਏਗਾ, ਬਿਕੋਜ਼ ਦਿਸ ਵਾਸ ਗਿਵਨ ਬਾय ਬੋਹਰ ਐਜ਼ ਵੈਲ. ਬਟ ਮਾਈਂਡ ਇਟ, ਕੋਈ ਵੀ n ਦੀ ਵੈਲਿਊ ਕਦੇ ਵੀ never and never it will be 0. It starts from 1. Principal quantum number is never and never 0. It starts from 1 because nucleus ਤੋਂ immediate ਬਾਅਦ, nucleus ਤੋਂ ਬਿਲਕੁਲ ਅਗਲਾ ਜਿਹੜਾ ਲੈਵਲ ਹੈ, that is n is equal to 1. So ਇੱਥੇ ਤੁਸੀਂ ਦੇਖ ਰਹੇ ਹੋ कि न्यूक्लियस तो सब तो पहले वाला K, उस तो अगले वाला L, उस तो अगले वाला M. और K की वैल्यू कितनी है? N is equal to 1, L नो N is equal to 2, M is N is equal to 3. ਇਹਦਾ ਅਸੀਂ ਇਹਦੇ 'ਚ ਕਿਹਾ ਸੀ ਕਿ ਸਾਈਜ਼ ਦੱਸਦਾ ਹੈ. ਓਬਵੀਅਸਲੀ ਇਹ ਸਾਈਜ਼ ਦੱਸ ਰਿਹਾ ਹੈ. ਜਿੰਨਾ ਇਹਦਾ ਸਾਈਜ਼ ਘੱਟ ਹੈ ਉਹਨਾਂ ਨਿਊਕਲੀਅਸ ਦੇ ਨੇੜੇ ਹੈ, ਜਿੰਨਾ ਸਾਈਜ਼ ਜ਼ਿਆਦਾ ਉਹਨਾਂ ਨਿਊਕਲੀਅਸ ਤੋਂ ਦੂਰ ਹੈ. ਸੋ K शैल का साइज घट है, इट मीनस कि साइज घट है और न्यूक्लियस के नेड़े है. n इज इक्वल टू 1, दिस इज n इज इक्वल टू 1. हेयर n इज इक्वल टू 2, दिस इज n इज इक्वल टू 3. एज द वैल्यू ऑफ n इंक्रीजेज, साइज ऑफ n का वध रहा था, एटम का भी साइज वध रहा. इज इट क्लीयर? Look here. Next is 4n की सन दसदा है, एनर्जी भी दसदा है कि 4n की वैल्यू इज 1 2 3 और एनर्जी का रिलेशन है. देखो n इज इक्वल टू 1 2 3, यह सारा की दस रहा सानू, एनर्जी भी नाल नाल दस रहा कि. नेक्स्ट इज किन्ने इलैक्ट्रॉन्स किसी भी शैल दे विच हो सकते हैं. विल डिस्कस अबाउट इट. फॉर्मूला इज 2n स्क्वायर. n की वैल्यू पुट करो और जिन्नी वैल्यू आती है उस शैल दे विच उन्ने इलैक्ट्रॉन्स होंगे. फॉर एग्जाम्पल 2 इलैक्ट्रॉन्स इन फर्स्ट शैल. 2 इलैक्ट्रॉन्स किवें आए फर्स्ट शैल दे विच? असी वैल्यू पुट करके देख लैंदे आ कि 8 इलैक्ट्रॉन दूसरे शैल दे विच ਅਸੀਂ ਕਿਵੇਂ ਪੁੱਟ ਕਰਾਂਗੇ? ਫਸਟ ਸ਼ੈਲ ਦੇ ਵਿੱਚ ਅਸੀਂ ਵੈਲਿਊ ਪੁੱਟ ਕਰਕੇ ਦੇਖਦੇ ਹਾਂ ਕਿ 2 ਇੰਟੂ ਕਿੰਨਾ ਬਣਿਆ? 2 ਇੰਟੂ ਯੈਸ 2 ਇੰਟੂ 1, ਇੱਥੇ 2 ਇੰਟੂ 1 ਦਾ ਸਕੁਏਅਰ ਕਰੀਏ ਤਾਂ ਕਿੰਨਾ ਬਣਦਾ ਹੈ? ਦਿਸ ਇਜ਼ 2. ਠੀਕ ਹੈ, ਇਹ ਵਾਲਾ ਫਸਟ ਸ਼ੈਲ ਦੇ ਵਿੱਚ. सेकेंड ਦੇ ਵਿੱਚ ਇੱਥੇ 2 ਦਾ ਸਕੁਏਅਰ ਕਰੋ, 2 2 ज़ा 4, 2 ज़ा 8. इज इट क्लीयर? ਇਸ ਤਰ੍ਹਾਂ ਸੋ ਔਨ. ਨੈਕਸਟ ਇਜ਼ ਐਂਗੂਲਰ ਕੁਐਂਟਮ ਨੰਬਰ. ਐਂਗੂਲਰ ਕੁਐਂਟਮ ਨੰਬਰ ਇਜ਼ ਡਿਨੋਟਡ ਬਾय ਸਮਾਲ l ਐਂਡ ਇਹਨੂੰ ਐਜ਼ੀਮੂਥਲ ਕੁਐਂਟਮ ਨੰਬਰ ਵੀ ਕਹਿੰਦੇ ਨੇ ਔਰ ਇਹਨੂੰ ਆਰਬਿਟਲ ਕੁਐਂਟਮ ਨੰਬਰ ਵੀ ਕਹਿੰਦੇ ਨੇ, ਕਿਉਂਕਿ it determines the subshell to which an electron belongs. ਇਹਦੇ ਤੋਂ ਸਾਨੂੰ ਪਤਾ ਲੱਗਦਾ ਵੀ ਕਿਹੜੇ ਸਬਸ਼ੈਲ ਦੇ ਵਿੱਚ ਇਲੈਕਟ੍ਰੋਨ ਨੇ.
n ਸਾਨੂੰ ਦੱਸਦਾ ਹੈ ਵੀ ਕਿਹੜੇ ਸ਼ੈਲ ਵਿੱਚ ਇਲੈਕਟ੍ਰੋਨ ਹੈ, l ਸਾਨੂੰ ਦੱਸਦਾ ਹੈ ਕਿਹੜੇ ਸਬ ਸ਼ੈਲ ਵਿੱਚ ਇਲੈਕਟ੍ਰੋਨ ਨੇ, n ਸਾਨੂੰ ਦੱਸਦਾ ਸੀ ਸਾਈਜ਼ ਕੀ ਹੈ, l ਸਾਨੂੰ ਦੱਸਦਾ ਹੈ ਸ਼ੇਪ ਕੀ ਹੈ, ਔਰ l ਦਾ ਫਾਰਮੂਲਾ ਕੀ ਹੈ 0 1 2 ਅਪ ਟੂ n-1। ਇਟ ਮੀਨਸ ਕਿ l ਦੀ ਵੈਲਿਊ ਦੇ ਉੱਤੇ n ਦੀ ਵੈਲਿਊ ਬੇਸਡ ਹੈ। ਅਸੀਂ ਹੁਣ ਇਹ ਕੈਲਕੂਲੇਟ ਕਰਕੇ ਦੇਖਦੇ ਹਾਂ। ਫॉर एग्जांपल ਜੇ n ਦੀ ਵੈਲਿਊ 1 ਹੋਵੇ ਤਾਂ l ਦੀ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ, n ਦੀ ਵੈਲਿਊ 1 ਤੇ l ਦੀ ਵੈਲਿਊ n-1 ਦੇ ਅਕੋਰਡਿੰਗਲੀ 1 minus 1 is equal to 0। ओके, n2 होवे ਤਾਂ एक माइनस करी जाओ बस, और लिखना किमें है 0 तो स्टार्ट करना है, ऑलवेज एंड ऑलवेज स्टार्ट फ्रॉम 0। हुण जे n2 है तो 0 1, n3 होए तो 0 1 2, और l सानू शेप दसदा है। शेप किमें दसदा है कि l is equal to, if l is equal to 1, this is, if l is equal to 0, this is s orbital, if l is equal to 1, this is p orbital, if l is 2, this is d orbital, and if l is equal to 3, this is f orbital। ठीक है, और l की वैल्यू कितों आनी है n-1 तो, 0 तो लैके n-1। नैक्सट इज कि जे साडे कोल n की वैल्यू दिती होवे तो l की असी कित्थों कढ सकते हैं, और जे n की वैल्यू 1 होवे, जे n की वैल्यू 1 होवे तो कोई भी 1p सब लेवल एग्जिस्ट नहीं करेगा। क्यों नहीं करेगा, लेट्स लुक हियर। n की वैल्यू 1 है तो l की वैल्यू होएगी 0 to n-1 तक असी करांगे, तो l होएगा 1 - 1 मीन्स 0, तो 0 हुंदा s ऑर्बिटल। ओके, इसका मतलब है कि 1p एग्जिस्ट नहीं करेगा, p एग्जिस्ट करेगा 1s। इज इट क्लियर? नेक्स्ट इज in second level n is equal to 2, there is no 2d sub level, n is equal to 3, there is no 3f sub level। Now find out what is the value of n and l। For if n is 3, find out the value of l। करना है तो ये क्वेश्चन, if n is equal to 4, find out value of l। Next is magnetic quantum number। magnetic quantum number की हुंदे ने, इनू की दसदे ने ओरीएंटेशन, और इनू किवें डिनोट करदे आ ml। m लिख के उहदे पैरां दे विच l पा देना स्मॉल, और ml की वैल्यू की है, it starts from -l to +l। ओके, करिए फाइंड आउट। इफ l is equal to 0, what will be ml? ml is also 0। if l is 1, what is ml? ml is -1 to 0 to +l। if you don't write plus, even then it's okay, but its value is from -l to +l। if l is equal to 2, what will be value of ml? -2 -1 0 1 2। दोबारा करिए, what is value of, if value of l is 0, what is value of ml? It is also 0। value of l is 1, because it starts from -l to +l, की होएगी -1 to 0 to +1। जे l2 होवे तो -l कितना, -2 -1 0 +1 +2।
n इज इक्वल टू 1, l इज इक्वल टू 0, ml इज इक्वल टू 0 होए तो आप की कवांगे। उन्हें बहुत अच्छी तरह अटैम्प्ट करो। यस, पता लाओ इनू की कवांगे। दिस इज योर प्रिंसिपल क्वांटम नंबर। ਇਹਦਾ मतलब है ये आ गया 1 इत्थे। ठीक है, l की है 0 है, ये आ गया तुहाडे कोल if l is equal to 0 s orbital, ml is equal to 0 है तो this is 1 ये शो कर। ओके, if n is equal to 2, l is equal to 0 1 होएगा, ml कितना होएगा, ml जे l 0 है तो ਇਹਦਾ ml भी 0 होएगा, 1 है तो ਇਹਦਾ ml होएगा -1 0 2 +1। ओके, ਹੁਣ ਅਸੀਂ ਕੱਲੇ ਕੱਲੇ ਦਾ ਫਾਈਂਡ ਆਊਟ ਕਰ ਲੈਂਦੇ ਹਾਂ। ਇੱਥੋਂ ਜੇ ml 0 ਹੋਏ ਤਾਂ ਸਿੰਪਲੀ ਪ੍ਰਿੰਸੀਪਲ ਕੁਆਂਟਮ ਨੰਬਰ ਇੱਥੋਂ 2 ਲੈ ਲਓ, ਇਹ ਹਮੇਸ਼ਾ ਅੱਗੇ ਲੱਗਣਾ ਹੈ 2। ठीक है, प्रिंसिपल क्वांटम नंबर जेडी अगे डिजिट है दिस इज ऑफ प्रिंसिपल क्वांटम नंबर विच इज 2। एस की दब है, एस इज वैल्यू ऑफ एल, ये आ गया, और एम एल 0 है सो दिस इज 1। ओके, हुन एम एल की वैल्यू असी लाने इथों इथों असी कैलकुलेट किया है ये वाला जिहड़ा है असी हुण करते हैं एम एल की वैल्यू। एम एल की वैल्यू असी कैलकुलेट करते हैं नैक्सट -1 होवे तो -1 होए तो की होएगा -1 0 और 1। इट मीनस है टोटल मिलके किन्ने बन गए 3, 3 इत्थे आ गया 3। एम एल है -1, इतों 1 तो असी लिया ना -1 0 +1, तो यह मिलके साढ़े बन गए 3 ऑर्बिटल्स। 3 कादे ने 3, प्रिंसिपल क्वांटम नंबर 2 है तो 2 इत्थे लिखता। P कित्थों आया क्योंकि L की वैल्यू 1 है इस करके P आ गया। आ 3 ने इस करके इत्थे 3 लिखता। इज इट क्लीयर? नैक्सट है जे N 3 होवे तो L की वैल्यू की होएगी। तुसी सिंपली N तो स्टार्ट करो, अगों L भी आप देखो, ML भी आप देखो और S भी तुहानूं दसांगी कि किवें कैलकुलेट करना है। जे N 3 होवे तो L कितनी वैल्यूज होणगियां 0 1 2। कित्थों आया N -1 2। L इज इक्वल टू N -1 कित्थों स्टार्ट होंदा है 0 2। हुण N -1 कितना आया इहदा N -1 इज 3 -1 विच इज 2। सो बन गया 0 1 2। 0 तो शुरू करके 2 तक ले आना। कदे भी तुसी L की वैल्यू फाइंड आउट करनी है तो 0 तो शुरू करके जिथे N -1 की वैल्यू आए उतों तक लिख देनी है। सो असी कल्ले कल्ले की वैल्यू निकालांगे। L की वैल्यू 0 है तो ML 0 है, L की वैल्यू 1 हो तो ML -1 0 +1। L की वैल्यू 2 है तो ML की वैल्यू कितनी होएगी, इट विल बी -2 -1 0 +1 +2। हुण इन्हां दा असी ऑर्बिटल फाइंड आउट करते हैं। ML की वैल्यू 0 होए तो 3 प्रिंसिपल क्वांटम नंबर है 3 लिखता। L की वैल्यू साढ़े कोल 0 है इस करके असी लिख रहे हैं इहदा S, और ML 0 है इस करके 1 3s ऑर्बिटल। नैक्सट है ML की वैल्यू, तो ML साढ़े कोल है 3 ने, देखो 3 -1 0 +1 ये 3 ने साढ़े कोल ऑर्बिटल्स, और प्रिंसिपल क्वांटम नंबर 3 लिखता, देखो 3 लिखता। P कित्थों आया, P है 1 तो आया, L इज़ 1 मीन्स P,
और 3 कित्थों आए, ये मिल के साडे कोल 3 बन गए। ओके, सो आ 3 ने, दिस वन 3 3 ने। नैक्सट इज जे L2 होवे तां L2 होवे तां की हुंदा है, -2 -1 0 +1 +2। सो ਇਹਦਾ ਕੀ आएगा, n ਦਾ 3 है वैल्यू प्रिंसिपल क्वांटम नंबर 3 ਅਸੀਂ ਇੱਥੋਂ ਲੈ ਲਿਆ। ਹੁਣ L ਦੀ वैल्यू 2 है, 2 मीनस D ਸਾਡਾ ਇੱਥੇ आ गया और ਇਹ 5 ने, these are 5, दिस इज D ऑर्बिटल 5 है, सो ਅਸੀਂ ਇੱਥੇ 5 लिखता। ठीक है, सो बच्चों n ਜਿਹੜਾ ਵੇ ਉਹ ਤੁਹਾਨੂੰ ਆ ਡਿਜਿਟ ਦੇਗਾ, ਉਸ ਤੋਂ ਅੱਗੇ ਇਹ ਪ੍ਰਿੰਸੀਪਲ ਕੁਆਂਟਮ ਨੰਬਰ ਹੈ, ਇਸ ਤੁਹਾਨੂੰ ਆਰਬਿਟਲ L ਦੀ ਵੈਲਿਊ ਤੋਂ ਮਿਲੇਗਾ ਔਰ ਇਹ ਕਿੰਨੇ ਨੇ ਆਰਬਿਟਲਸ, ਇਹ ਤੁਹਾਨੂੰ ml ਦੀ ਵੈਲਿਊ ਤੋਂ ਮਿਲਣਗੇ। ਨੈਕਸਟ ਹੈ ਸਪਿਨ ਕੁਆਂਟਮ ਨੰਬਰ। ਹੁਣ ਸਪਿਨ ਕੁਆਂਟਮ ਨੰਬਰ ਜਿਹੜਾ ਹੈ ਉਹਨੂੰ ਸਮਾਲ s ਨਾਲ ਤੁਸੀਂ ਲਿਖ ਸਕਦੇ ਹੋ। देखो ऑर्बिटल दा स्पिनिंग देखो क्लॉकवाइज और एंटी क्लॉकवाइज। इलैक्ट्रॉन्स की एक इंट्रिंसिक प्रॉपर्टी है, यानी कि इंटरनल प्रॉपर्टी है कि यह स्पिन अप करेगा या स्पिन डाउन करेगा। कोई भी ऑर्बिटल दे विच दो इलैक्ट्रॉन्स तो ज़्यादा नहीं हो सकते और वो दोनों इलैक्ट्रॉन्स सेम साइड ते स्पिन नहीं करते, अपोजिट स्पिन करते हैं। जे एक इलैक्ट्रॉन जिहड़ा है वो अपसाइड है तो दूसरा इलैक्ट्रॉन डाउन साइड होएगा। जे एक इलैक्ट्रॉन क्लॉकवाइज रोटेट कर रहा है तो दूसरा इलैक्ट्रॉन क्लॉकवाइज रोटेट कर रहा है तो दूसरा इलैक्ट्रॉन एंटी क्लॉकवाइज रोटेट करेगा। सो दिस इज नोन एज स्पिन क्वांटम नंबर। Spin quantum number gives the direction of spin of the electrons। के चलो लिखते किवें आ असीं, लिखते आ असीं इनू या तां इनू तुसीं +½ लिख सकते हो या फिर -½ ठीक है, या तां इनू तुसीं +½ लिख सकते हो या -½। हुण असीं इहदा समरी देख लीए। प्रिंसिपल क्वांटम नंबर नू n नाल लिखिया जाता है और इहदियां पॉसिबल वैल्यूज एनी इंटीजर स्टार्टिंग फ्रॉम 1 बट इट कैन नेवर बी 0। एंगुलर क्वांटम नंबर इज 0 to n-1, इट कैन बी 0 to n-1। तुसी तुहानू ईजी हो जाएगा 0 to n-1। और what is magnetic quantum number? This is -L to +L and spin quantum number +½ or -½। ਹੁਣ ऑर्बिटल the number of orbitals in a shell is square of principal quantum number। जिन्ने भी किसी shell ਦੇ ਵਿੱਚ orbitals है principal quantum number ਦਾ स्क्वायर कर लो ਤੁਹਾਨੂੰ वैल्यू आ जाएगी, जिमें कि 2 ਦਾ स्क्वायर 4, 3 ਦਾ स्क्वायर 9। ओके, there is 1 orbital in S subshell, 3 orbitals in P subshell and 5 orbitals in D subshell। ਇਹਦਾ मतलब है कि एक ऑर्बिटल S विच है, 3 ऑर्बिटल P विच ने। जे मैं ब्लॉक्स नू ऑर्बिटल कवां ते 5 ने D ऑर्बिटल D subshell which देखो this is 1, these are 3 and these are 5। okay, so number of orbitals in a subshell is therefore 2l plus 1, 2l plus 1। ਆਪਾਂ जे l ਨੂੰ ਇਸ ਫਾਰਮੂਲੇ ਦੇ ਨਾਲ ਦੇਖੀਏ ਤਾਂ ਇੱਥੇ ਵੈਲਿਊ ਪੁੱਟ ਕਰੀਏ ਇਹਦੀ ਫਸਟ ਵਾਲੇ ਦੀ 1 ऑर्बिटल ਦੀ 2 × 0 + 1 कितना आ गया 1। सो ਇੱਥੇ 1 नहीं है। ठीक है, ਹੁਣ ਤੁਸੀਂ करके देखो जे L ਦੀ वैल्यू 1 ਹੋਵੇ ਤਾਂ ਕੀ ਆਏਗਾ 2l + 1 ਵਿੱਚ
2 into 1 plus 1 is equal to 3. देखो 3 ऑर्बिटल्स ने. So is it clear? This is again the movement of electrons. Let's solve the question. The maximum number of electrons in n is equal to 1, L is equal to 0 and M is equal to 0, S is plus minus half. किन्ने इलेक्ट्रॉन होंगे मैक्सिमम n is equal to 1, L 0 होवे ਤਾਂ ਇਹ क्वेश्चन अटैम्प्ट करने का तरीका की है. प्रिंसिपल क्वांटम नंबर ਤੁਹਾਨੂੰ पता है 1 है और ਇਹਦਾ एजीम्यूथल क्वांटम नंबर 0 है. ਇਹਦਾ मतलब है की बन गया, ਇੱਥੇ ਅਸੀਂ 1 ਲਾਤਾ, S का 0 मीनस 1s है. ठीक, अगों सानू वैल्यूज m की 0 है, स्पिन की हाफ है, प्लस माइनस हाफ है, तो मैक्सिमम नंबर ऑफ इलैक्ट्रॉन्स 1s विच किन्ने होंगे 2. इज इट क्लीयर? एक क्वेश्चन अटैम्प्ट करने लिए प्रिंसिपल क्वांटम नंबर की वैल्यू इत्थे लिख ली. एजीम्यूथल की सानू पता लग गया कि L 0 होवे तो दिस इज S, L 1 होवे तो P, L 2 होवे तो D, L 3 होवे तो दिस इज F. इस तरह एक दीज आर इंपॉर्टेंट क्वेश्चनस कॉम्पीटिशन के विच यह क्वेश्चनस आते हैं और यदा सिर्फ प्रेजेंस ऑफ माइंड चाहिए. n इज इक्वल टू 1, 1 लगाता, L इज इक्वल टू 0, 0 इत्थों ले लिया, 0 का S कहते इस करके 1s, 1s विच कितने इलैक्ट्रॉन्स होंगे हैं, नंबर ऑफ इलैक्ट्रॉन्स पूछे 2 होंगे हैं. ओके राइट. और अगला क्वेश्चन, द मैक्सिमम नंबर ऑफ इलैक्ट्रॉन्स अलाउड इन थर्ड प्रिंसिपल एनर्जी लेवल इज 18. यह क्वेश्चन असीं किवें करांगे? द मैक्सिमम नंबर ऑफ इलैक्ट्रॉन्स अलाउड इन थर्ड प्रिंसिपल एनर्जी. थर्ड प्रिंसिपल का मतलब है n इज इक्वल टू 3, n इज इक्वल टू 3. की आ गया आंसर? ट्रू. क्यों ट्रू है? बिकॉज इत्थे असीं 3 की वैल्यू फॉर्मूला कीता सी 2n², n की वैल्यू पुट की तो 18 आ गया. दिस स्टेटमेंट इज ट्रू. So let's revise it. n is principal quantum number, L is azimuthal quantum number and also known as sublevel or subshell. n is shell, L is subshell, mls are orbitals और फर्स्ट प्रिंसिपल लेवल जिहड़ा है वो 1s सब लेवल होएगा और 1s ऑर्बिटल भी ये ही होएगा. सैकेंड प्रिंसिपल लेवल दे विच 2s सब लेवल होएगा और 2p सब लेवल होंगे. अगे 2s सब लेवल दे विच 1 2s ऑर्बिटल, 2p सब लेवल विच 3 2p ऑर्बिटल्स. ये बच्चे तुहानू जो इलैक्ट्रॉनिक कॉन्फिगरेशन कराई जाएगी उदों तुहानू ये कॉन्सैप्ट होर क्लीयर होएगा. हुण ਇਹ वाला तुसीं ध्यान नाल देखो. थर्ड प्रिंसिपल लैवल दे विच 3s 3p 3d होंगे और 3s मीनस 1 ऑर्बिटल ही हुंदा है. p विच 3 हुंदे ने, प्रिंसिपल क्वांटम नंबर लिखता 3 ते p. d विच किन्ने हुंदे 5 हुंदे ने. हुण ये असीं कीता. सो नेक्स्ट क्वेश्चन इज इफ n इज इक्वल टू 4, what the other quantum numbers associated with the orbitals in this principal level? किहड़े-किहड़े ने n is equal to 4 दे नाल? n is equal to 4 दे नाल l होएगा 0 1 2 3. क्यों? क्योंकि l is equal to 0 to n minus 1. ओके बन गया ना 0 n minus 1 नाल 1 2 3. ਇਹਦਾ ml कितना आ गया? 0 ਦਾ 0, 1 ਦਾ -1 0 +1, 2 ਦਾ -2 1 0 +1 +2, 3 ਦਾ -3 -2 1 0 1 2 3. नाउ लुक हियर, ये 2s ऑर्बिटल है तो ਇਹਦਾ n 2 है l 0 है. 3s है, ਇਹਦਾ n 3 है तो l 0 है.
ਸੋ ਇਹ ਹੋਰ ਕੁਐਸਚਨਸ ਹੈ ਬੱਚੇ, ਕੁਐਸਚਨਸ ਤੁਸੀਂ ਕਰਨੇ ਨੇ ਵੱਧ ਤੋਂ ਵੱਧ ਇਹਦੇ ਵਿੱਚੋਂ, ਬਿਕੋਜ਼ ਦਿਸ ਇਜ਼ ਵਨ ਆਫ ਦ ਇੰਪੋਰਟੈਂਟ ਟੌਪਿਕ ਫॉर योर ਕੰਪੀਟੀਸ਼ਨ ਪੁਆਇੰਟ ਆਫ ਵਿਊ, ਰਾਈਟ। ਹੁਣ n ਦੀ ਵੈਲਿਊ 1 ਹੈ, l ਦੀ 0 ਹੈ, ਤੇ ਆਰਬਿਟਲ ਪਤਾ ਲਗਾਉਣਾ ਹੈ ਵੀ ਕਿਹੜਾ ਆਰਬਿਟਲ ਹੈ। ਕਿਵੇਂ ਪਤਾ ਲਗਾਵਾਂਗੇ ਅਸੀਂ? l 0 ਹੋਏ ਤੇ s ਆਰਬਿਟਲ ਹੈ, 1 ਹੋਏ ਤਾਂ p ਆਰਬਿਟਲ ਹੈ, 2 ਹੋਏ ਤਾਂ d, 3 ਹੋਏ ਤਾਂ f, 4 ਹੋਏ ਤਾਂ g, ਜਿਹੜਾ ਕਿ ਹਜੇ ਹੈ find out karna hai. This is imaginary. So students, I conclude my lecture here today, and we'll meet next day for some other topic. By that time, take care, be safe and work hard.